ਹੁਣੇ ਤੁਸੀਂ ਸ਼ੁਭ ਕਰਮਨ ਪਾਠ ਦੀ ਵੀਡੀਓ ਵੇਖੀ। ਇਸ ਪਾਠ ਵਿੱਚ ਸਿੰਪੀ ਨਾਂ ਦੀ ਲੜਕੀ ਕਿਵੇਂ ਇੱਕ ਬਜ਼ੁਰਗ ਇਨਸਾਨ ਦੀ ਮਦਦ ਕਰਦੀ ਹੈ। ਸ਼ੁਭ ਕਰਮਨ ਤੋਂ ਹੀ ਭਾਵ ਚੰਗੇ ਤੇ ਨੇਕ ਕੰਮ ਕਰਨਾ। ਲੇਖਕ ਨੇ ਇਸ ਕਹਾਣੀ ਵਿੱਚ ਇਹ ਪ੍ਰੇਰਨਾ ਦਿੱਤੀ ਹੈ ਕਿ ਵਿਦਿਆਰਥੀਆਂ ਨੂੰ ਦੀਨ ਦੁਖੀਆ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਤੇ ਨੇਕ ਵਿਚਾਰ ਅਪਣਾਉਣੇ ਚਾਹੀਦੇ ਹਨ। ਲਓ ਹੁਣ ਅਸੀਂ ਪਾਠ ਨੂੰ ਪੜ੍ਹਦੇ ਹਾਂ। ਵਿਦਿਆਰਥੀਆਂ ਨੂੰ ਦੀਨ ਦੁਖੀਆਂ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਦਾ ਅਰਥ ਹੈ ਤਿਆਰ ਰਹਿਣ ਅਤੇ ਨੇਕ ਵਿਚਾਰ ਅਪਣਾਉਣ ਦੀ ਪ੍ਰੇਰਨਾ ਪ੍ਰਦਾਨ ਕਰਨੀ। ਰੋਕੋ ਰਿਕਸ਼ਾ ਰੋਕੋ। ਰਿਕਸ਼ੇ ਵਿੱਚ ਬੈਠੀ ਸਿੰਪੀ ਨੇ ਆਪਣੀ ਰਿਕਸ਼ਾ ਰੋਕਣ ਲਈ ਉੱਚੀ ਰਿਕਸ਼ਾ ਵਾਲੇ ਨੂੰ ਕਿਹਾ। ਰਿਕਸ਼ਾ ਰੁਕਦਿਆਂ ਹੀ ਉਹ ਛਾਲ ਮਾਰ ਕੇ ਉਤਰੀ। ਛਾਲ ਦਾ ਅਰਥ ਹੈ ਛਲਾਂਗ ਮਾਰ ਕੇ ਉਤਰੀ ਅਤੇ ਕੁਝ ਕਦਮ ਪਿੱਛੇ ਵੱਲ ਤੁਰ ਪਈ। ਸੜਕ ਕਿਨਾਰੇ ਇੱਕ ਬੜਾ ਬਜ਼ੁਰਗ ਆਦਮੀ ਜਿਹੜਾ ਗਰੀਬ ਵੀ ਸੀ, ਬਜ਼ੁਰਗ ਮੀਨਸ ਬੁੱਢਾ, ਜਿਸਨੇ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਸਨ ਤੇ ਤੜਫ ਰਿਹਾ ਸੀ। ਕੀ ਕਿਹਾ ਉਹਨੇ ਰਿਕਸ਼ਾ ਵਾਲੇ ਨੇ ਕਿਹਾ ਕਿ ਤੂੰ ਰੋਕ। ਉਸਨੇ ਸੜਕ ਦੇ ਕੰਢੇ ਇੱਕ ਬਜ਼ੁਰਗ ਆਦਮੀ ਨੂੰ ਦੇਖਿਆ ਜੋ ਕਿ ਬਿਮਾਰ ਲੱਗ ਰਿਹਾ ਸੀ ਤੇ ਤੜਫ ਵੀ ਰਿਹਾ ਸੀ। ਸਿੰਪੀ ਨੇ ਉਸਦੇ ਕੋਲ ਪਹੁੰਚ ਕੇ ਉਸਨੂੰ ਆਵਾਜ਼ ਦਿੱਤੀ, ਪਰ ਬਜ਼ੁਰਗ ਆਦਮੀ ਨੇ ਕੋਈ ਜਵਾਬ ਨਾ ਦਿੱਤਾ। ਜਵਾਬ ਦਾ ਅਰਥ ਹੁੰਦਾ ਉੱਤਰ। ਉਹ ਸ਼ਾਇਦ ਬੁਖਾਰ ਜਾਂ ਕਿਸੇ ਹੋਰ ਦਰਦ ਕਰਕੇ ਨਿਢਾਲ ਪਿਆ ਸੀ। ਨਿਢਾਲ ਬਹੁਤ ਥੱਕਿਆ ਹੋਇਆ, ਟਾਇਰਡ। ਸਿੰਪੀ ਨੇ ਆਪਣੇ ਰਿਕਸ਼ੇ ਵਾਲੇ ਨੂੰ ਆਵਾਜ਼ ਦਿੱਤੀ ਕਿ ਰਿਕਸ਼ਾ ਉਸਦੇ ਕੋਲ ਲੈ ਆਵੇ। ਰਿਕਸ਼ਾ ਬਜ਼ੁਰਗ ਆਦਮੀ ਦੇ ਕੋਲ ਆ ਗਿਆ। ਉਸਨੇ ਰਿਕਸ਼ੇ ਵਾਲੇ ਦੀ ਅਤੇ ਇੱਕ ਰਾਹਗੀਰ ਦੀ ਮਦਦ ਨਾਲ ਰਾਹਗੀਰ, ਮੁਸਾਫਿਰ, ਪਾਂਧੀ, ਪੈਦਲ ਚੱਲਣ ਵਾਲਾ, ਕੁਛ ਵੀ ਬੱਚਿਓ ਲਿਖ ਸਕਦੇ ਹਾਂ, ਮਦਦ ਨਾਲ ਬਿਮਾਰ ਬਜ਼ੁਰਗ ਨੂੰ ਰਿਕਸ਼ੇ ਵਿੱਚ ਬਿਠਾਇਆ ਅਤੇ ਆਪਣੇ ਘਰ ਵੱਲ ਤੁਰ ਪਈ। ਕੀ ਕੀਤਾ ਸਿੰਪੀ ਨੇ ਰਿਕਸ਼ਾ ਵਾਲੇ ਨੂੰ ਬੁਲਾਇਆ ਤੇ ਰਿਕਸ਼ਾ ਵਿੱਚ ਉਸ ਬਜ਼ੁਰਗ ਨੂੰ ਬਿਠਾਇਆ ਤੇ ਕਿੱਥੇ ਲੈ ਗਈ? ਆਪਣੇ ਘਰ ਵੱਲ ਲੈ ਗਈ। ਸਿੰਪੀ ਇੱਕ ਬੜੇ ਸਧਾਰਨ ਘਰ ਦੀ ਲੜਕੀ ਸੀ। ਉਸਦੇ ਪਿਤਾ ਜੀ ਕਿਸੇ ਪ੍ਰਾਈਵੇਟ ਦਫ਼ਤਰ ਵਿੱਚ ਕਲਰਕੀ ਦਾ ਕੰਮ ਕਰਦੇ ਸਨ ਅਤੇ ਮਾਂ ਘਰ ਵਿੱਚ ਕੱਪੜੇ ਸਿਉਣ ਦਾ ਕੰਮ ਕਰਦੀ ਸੀ। ਇਤੋਂ ਕੀ ਪਤਾ ਲੱਗਦਾ ਹੈ ਕਿ ਸਿੰਪੀ ਦੇ ਮਾਂ-ਬਾਪ ਕਿੱਦਾਂ ਦੇ ਸਨ। ਸਿੰਪੀ ਦੇ ਪਿਤਾ ਇੱਕ ਪ੍ਰਾਈਵੇਟ ਦਫ਼ਤਰ ਵਿੱਚ ਨੌਕਰੀ ਕਰਦੇ ਸਨ ਅਤੇ ਮਾਂ ਘਰ ਦੇ ਵਿੱਚ ਬੈਠ ਕੇ ਲੋਕਾਂ ਦੇ ਕੱਪੜੇ ਸਿਉਂਦੀ ਸੀ। ਸਿੰਪੀ ਵੀ ਆਪਣੀ ਮਾਂ ਦੇ ਕੰਮ ਵਿੱਚ ਹੱਥ ਵਡਾਉਣਾ, ਮਦਦ ਕਰਨਾ, ਸਹਾਇਤਾ ਕਰਨਾ ਅਤੇ ਘਰ ਦਾ ਸਾਰਾ ਕੰਮਕਾਜ ਸੰਭਾਲਣਾ, ਘਰ ਦੇ ਕੰਮਕਾਰ ਨੂੰ ਕਰਨਾ ਪਹਿਲੀਆਂ ਤਰੀਕਾਂ ਹੋਣ ਕਰਕੇ ਉਹ ਘਰ ਦੀ ਰਸੋਈ ਲਈ ਕੁਝ ਰਾਸ਼ਨ ਪਾਣੀ ਲੈਣ ਗਈ ਸੀ। ਵਾਪਸੀ 'ਤੇ ਜਦ ਉਹ ਰਾਸ਼ਨ ਲੈ ਕੇ ਘਰ ਆ ਰਹੀ ਸੀ, ਉਸਨੇ ਬਜ਼ੁਰਗ ਆਦਮੀ ਨੂੰ ਸੜਕ ਕਿਨਾਰੇ ਪਿਆ ਵੇਖਿਆ ਤਾਂ ਉਸਦਾ ਕੋਮਲ ਹਿਰਦਾ ਹੁੰਦਾ ਨਰਮ ਦਿਲ, ਸੌਫਟ ਮਾਈਂਡ, ਸੌਫਟ ਹਾਰਟਡ, ਪੁਕਾਰ ਉੱਠਿਆ ਕਿ ਉਸ ਬਜ਼ੁਰਗ ਆਦਮੀ ਦੀ ਪੂਰੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਕਿਸੇ ਵੱਡੇ ਡਾਕਟਰ ਕੋਲੋਂ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਸਿੰਪੀ ਭਾਵੇਂ ਘਰਦਿਆਂ ਨੂੰ ਪੁੱਛੇ ਬਿਨਾਂ ਮਰੀਜ਼ ਘਰ ਲੈ ਆਈ, ਪਰ ਘਰ ਜਾਂਦਿਆਂ ਹੀ ਉਸਦੀ ਮਾਤਾ ਜੀ ਨੇ ਬਜ਼ੁਰਗ ਆਦਮੀ ਨੂੰ ਸੰਭਾਲਣ ਵਿੱਚ ਬਹੁਤ ਮਦਦ ਕੀਤੀ ਅਤੇ ਕਿਹਾ, ਸਿੰਪੀ ਬੇਟਾ, ਇਹ ਤੂੰ ਬੜਾ ਨੇਕ ਕੰਮ ਕੀਤਾ ਹੈ। ਨੇਕ ਦਾ ਅਰਥ ਹੈ ਸ਼ੁਭ, ਚੰਗਾ। ਅਸੀਂ ਸਾਰੇ ਰਲ ਕੇ
ਬਜ਼ੁਰਗਾਂ ਦੀ ਸੇਵਾ ਕਰਾਂਗੇ ਅਤੇ ਡਾਕਟਰ ਨੂੰ ਬੁਲਾ ਕੇ ਇਲਾਜ ਕਰਾਵਾਂਗੇ। ਬੱਚਿਓ, ਸਿੰਪੀ ਜਦ ਘਰ ਲੈ ਕੇ ਆਈ ਤਾਂ ਉਹਦੀ ਮਾਂ ਨੇ ਕੀ ਕਿਹਾ? ਉਸਦੀ ਮਾਂ ਨੇ ਕਿਹਾ ਕਿ ਬੇਟਾ ਤੂੰ ਬਹੁਤ ਵਧੀਆ ਕੰਮ ਕੀਤਾ ਹੈ, ਅਸੀਂ ਇਸ ਬਜ਼ੁਰਗ ਦੀ ਮਦਦ ਕਰਾਂਗੇ, ਉਸ ਦਾ ਇਲਾਜ ਕਰਾਵਾਂਗੇ ਅਤੇ ਡਾਕਟਰ ਨੂੰ ਬੁਲਾਵਾਂਗੇ। ਸ਼ਾਮੀ ਜਦ ਸਿੰਪੀ ਦੇ ਪਾਪਾ ਘਰ ਆਏ ਤਾਂ ਇੱਕ ਅਜਨਬੀ ਬਜ਼ੁਰਗ ਨੂੰ ਵੇਖ ਕੇ ਹੈਰਾਨ ਹੋ ਗਏ। ਅਜਨਬੀ, ਅਣਜਾਣ, ਓਪਰਾ। ਜਦ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਬਜ਼ੁਰਗਾਂ ਨੂੰ ਸਿੰਪੀ ਕਿਸ ਹਾਲਤ ਵਿੱਚ ਇੱਥੇ ਲਿਆਈ ਹੈ ਅਤੇ ਡਾਕਟਰ ਦੀ ਦਵਾਈ ਅਤੇ ਟੀਕੇ ਨਾਲ ਹੁਣ ਉਹਨਾਂ ਵਿੱਚ ਸੁਧਾਰ ਹੋਇਆ ਹੈ, ਤਾਂ ਉਹ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਸਿੰਪੀ ਦੀ ਪਿੱਠ ਥਾਪੜਦਿਆਂ ਉਸਨੂੰ ਬਹੁਤ ਸ਼ਾਬਾਸ਼ ਦਿੱਤੀ। ਮਤਲਬ ਉਹਨਾਂ ਨੇ ਉਸਨੂੰ ਹੱਲਾਸ਼ੇਰੀ ਦਿੱਤੀ, ਸ਼ਾਬਾਸ਼ ਦਿੱਤੀ ਅਤੇ ਕਿਹਾ ਕਿ ਤੂੰ ਬਹੁਤ ਵਧੀਆ ਕੰਮ ਕੀਤਾ ਹੈ। ਅਗਲੇ ਪੇਜ 'ਤੇ ਦੇਖੋ ਬੱਚਿਓ, ਸਾਰੇ ਪਰਿਵਾਰ ਦੀ ਸੇਵਾ ਅਤੇ ਦਵਾਈ ਨਾਲ 5 ਦਿਨਾਂ ਵਿੱਚ ਬਜ਼ੁਰਗ ਕਾਫੀ ਠੀਕ ਹੋ ਗਿਆ। ਠੀਕ ਹੋਣ ਤੋਂ ਬਾਅਦ ਉਹ ਹੈਰਾਨ ਹੋਏ ਕਿ ਅਜਨਬੀ ਪਰਿਵਾਰ ਕੌਣ ਹੈ। ਅਜਨਬੀ ਦਾ ਅਰਥ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ, ਅਣਜਾਣ, ਓਪਰਾ। ਇਹ ਮੇਰੀ ਤਨੋ ਮਨੋ ਇੰਨੀ ਸੇਵਾ ਕਿਉਂ ਕਰ ਰਹੇ ਹਨ? ਜਦ ਉਹਨਾਂ ਨੂੰ ਪਤਾ ਲੱਗਾ ਕਿ ਸਿੰਪੀ ਉਹਨਾਂ ਨੂੰ ਨੀਂਦ ਬੇਹੋਸ਼ੀ ਦੀ ਹਾਲਤ ਵਿੱਚ ਚੁੱਕ ਕੇ ਲਿਆਈ ਹੈ। ਨੀਂਦ ਬੇਹੋਸ਼ੀ ਹੁੰਦਾ ਹੈ ਬੱਚਿਓ ਜਦੋਂ ਆਪਣੇ ਆਪ ਦੀ ਹੋਸ਼ ਨਾ ਹੋਵੇ, ਤਾਂ ਉਸਨੂੰ ਉਹ ਨਾਰਾਜ਼ ਹੋਏ ਕਿ ਮੈਨੂੰ ਇੱਥੇ ਚੁੱਕ ਕੇ ਲਿਆਉਂਦਾ ਹੈ, ਕਿਉਂ ਲਿਆਉਂਦਾ ਹੈ? ਪਰ ਸਿੰਪੀ ਉਹਨਾਂ ਦੀ ਨਾਰਾਜ਼ਗੀ ਤੋਂ ਬੇਪਰਵਾਹ ਆਪਣੀ ਧੁਨ ਵਿੱਚ ਉਹਨਾਂ ਦੀ ਸੇਵਾ ਕਰਦੀ ਰਹੀ। ਬੇਪਰਵਾਹ, ਬਿਨਾਂ ਧਿਆਨ ਦਿੱਤੇ, ਬਿਨਾਂ ਪਰਵਾਹ ਕੀਤੇ। ਧੁਨ ਹੁੰਦਾ ਹੈ ਜੋਸ਼। ਸਿੰਪੀ ਨੂੰ ਬਜ਼ੁਰਗ ਕਿਉਂ ਗੁੱਸੇ ਹੋਏ? ਕਿਉਂਕਿ ਉਹ ਉਹਨਾਂ ਨੂੰ ਨਹੀਂ ਜਾਣਦੇ ਅਤੇ ਨਾਲੇ ਉਹ ਸੋਚਦੇ ਸਨ ਕਿ ਇਹ ਕੌਣ ਹਨ ਜੋ ਮੇਰੀ ਇੰਨੀ ਸੇਵਾ ਕਰ ਰਹੇ ਹਨ। ਹੁਣ ਬਜ਼ੁਰਗ ਦਾ, ਆਦਮੀ ਦਾ ਵੀ ਉਸ ਪਰਿਵਾਰ ਨਾਲ ਅਤੇ ਖਾਸ ਕਰਕੇ ਸਿੰਪੀ ਨਾਲ ਪਿਆਰ ਹੋ ਗਿਆ। ਇੱਕ ਦਿਨ ਬਜ਼ੁਰਗ ਆਦਮੀ ਨੇ 2 ਘੰਟੇ ਬਾਹਰ ਜਾਣ ਦੀ ਇਜਾਜ਼ਤ ਮੰਗੀ। ਇਜਾਜ਼ਤ ਹੁੰਦਾ ਹੈ ਆਗਿਆ। ਸਿੰਪੀ ਨੇ ਕਿਹਾ ਕਿ ਤੁਸੀਂ ਭਾਵੇਂ ਬਾਹਰ 4 ਘੰਟੇ ਲਗਾਓ, ਪਰ ਮੈਂ ਤੁਹਾਨੂੰ ਇਕੱਲਿਆਂ ਬਾਹਰ ਨਹੀਂ ਭੇਜਣਾ, ਮੈਂ ਤੁਹਾਡੇ ਨਾਲ ਜਾਵਾਂਗੀ। ਸਿੰਪੀ ਨੇ ਕੀ ਕਿਹਾ? ਸਿੰਪੀ ਨੇ ਕਿਹਾ ਉਹ ਉਹਨਾਂ ਨੂੰ ਇਕੱਲਿਆਂ ਘਰੋਂ ਬਾਹਰ ਨਹੀਂ ਭੇਜੇਗੀ। ਬਜ਼ੁਰਗ ਆਦਮੀ ਇਹ ਗੱਲ ਨਾ ਮੰਨਿਆ ਅਤੇ ਬੜੀ ਜਲਦੀ ਵਾਪਸ ਆਉਣ ਲਈ ਸਿੰਪੀ ਨੂੰ ਮਨਾ ਕੇ ਬਾਹਰ ਚਲਾ ਗਿਆ। ਜਦ 1.5 ਘੰਟੇ ਪਿੱਛੋਂ ਵਾਪਸ ਆਇਆ, ਉਸ ਦੇ ਹੱਥ ਵਿੱਚ ਇੱਕ ਥੈਲਾ ਸੀ। ਅੰਦਰ ਆ ਕੇ ਉਸਨੇ ਸਿੰਪੀ ਨੂੰ ਬੁਲਾਇਆ ਅਤੇ ਕਿਹਾ, ਬੇਟਾ, ਇਸ ਥੈਲੇ ਵਿੱਚ ਇੱਕ ਡੱਬਾ ਹੈ ਜੋ ਸਿਰਫ ਤੇਰੇ ਲਈ ਹੈ। ਸਿੰਪੀ ਨੂੰ ਉਸਨੇ ਕੀ ਕਿਹਾ? ਬਜ਼ੁਰਗ ਆਦਮੀ ਨੇ ਸਿੰਪੀ ਨੂੰ ਕੀ ਕਿਹਾ? ਸਿੰਪੀ ਨੂੰ ਕਿਹਾ ਕਿ ਇਹ ਡੱਬਾ ਹੈ ਜੋ ਕੇਵਲ ਤੇਰੇ ਲਈ ਹੈ। ਸਿੰਪੀ ਨੇ ਥੈਲੇ ਵਿੱਚੋਂ ਡੱਬਾ ਕੱਢ ਕੇ ਖੋਲ੍ਹਿਆ ਤਾਂ ਉਸ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਣਾ, ਹੈਰਾਨ ਹੋ ਜਾਣਾ। ਹੈ ਇਹ ਕੀ? ਇਹ ਬੇਟਾ ਕੁਝ ਗਹਿਣੇ ਹਨ ਜੋ ਤੇਰੇ ਕੰਮ ਆਉਣਗੇ। ਤੂੰ ਮੇਰੀ ਇੰਨੀ ਸੇਵਾ ਕੀਤੀ ਹੈ। ਇਹ ਥੋੜ੍ਹੇ ਜਿਹੇ ਸੋਨੇ ਦੇ ਗਹਿਣੇ ਸੀ। ਬਜ਼ੁਰਗ ਆਦਮੀ ਬੜੇ ਭਾਵੁਕ ਹੋ ਗਏ। ਸਿੰਪੀ ਸੋਨੇ ਦੇ ਗਹਿਣਿਆਂ ਨੂੰ ਵੇਖ ਕੇ ਬੜੀ ਹੈਰਾਨ ਹੋਈ ਤਾਂ ਉਹ ਉਸ ਬਜ਼ੁਰਗ ਨੂੰ ਬੜਾ ਗਰੀਬੜਾ ਜਿਹਾ ਸਮਝ ਰਹੀ ਸੀ। ਪਰ ਇਹ ਲੱਖਾਂ ਰੁਪਏ ਦੇ ਗਹਿਣੇ ਹੁੰਦਾ ਜੇਵਰ ਵੇਖ ਕੇ ਕਿਸੇ ਕਿਸਮ ਦੇ ਲਾਲਚ ਦਾ ਅਰਥ ਹੈ ਲੋਭ ਵਿੱਚ ਨਾ ਆਈ। ਉਸਨੇ ਕਿਹਾ, ਮੈਂ ਅਤੇ ਮੇਰੇ ਮਾਤਾ ਪਿਤਾ ਨੇ
ਕਿਸੇ ਲਾਲਚ ਕਰਕੇ ਤੁਹਾਡੀ ਸੇਵਾ ਨਹੀਂ ਕੀਤੀ। ਕਿਸੇ ਵੀ ਬਿਮਾਰ ਤਾਂ ਬਜ਼ੁਰਗ ਦੀ ਸੇਵਾ ਕਰਨੀ ਸਾਡਾ ਫਰਜ਼ ਸੀ। ਇਸ ਕਰਕੇ ਮੈਂ ਗਹਿਣੇ ਨਹੀਂ ਲਵਾਂਗੀ। ਬੱਚਿਓ, ਇਸ ਪਾਠ ਦਾ ਉਦੇਸ਼ ਵੀ ਇਹੀ ਹੈ, ਸਿੱਖਿਆ ਵੀ ਇਹੀ ਹੈ ਕਿ ਸਾਨੂੰ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਤੇ ਬੇਟਾ ਆਪਣੇ ਸਕੇ ਵੀ ਫਰਜ਼ ਨਹੀਂ ਸਮਝਦੇ, ਸਕੇ ਹੁੰਦਾ ਆਪਣੇ। ਬਜ਼ੁਰਗ ਆਦਮੀ ਨੇ ਠੰਡਾ ਸਾਹ ਭਰਦਿਆਂ ਕਿਹਾ, ਸਾਨੂੰ ਕਿਸੇ ਦਾ ਤੇ ਪਤਾ ਨਹੀਂ, ਪਰ ਅਸੀਂ ਹਰੇਕ ਦੀਨ ਦੁਖੀ ਦੀ ਸੇਵਾ ਕਰਨ ਲਈ ਆਪਣਾ ਫਰਜ਼ ਸਮਝਦੇ ਹਾਂ। ਸਿੰਪੀ ਨੇ ਕਿਹਾ, ਸਿੰਪੀ ਨੇ ਬਜ਼ੁਰਗ ਨੂੰ ਕੀ ਕਿਹਾ ਕਿ ਅਸੀਂ ਲਾਲਚ ਵਿੱਚ ਕੋਈ ਕੰਮ ਨਹੀਂ ਕਰਦੇ, ਬਜ਼ੁਰਗਾਂ ਦੀ ਤੇ ਦੀਨ ਦੁਖੀਆਂ ਦੀ ਸੇਵਾ ਕਰਨਾ ਆਪਣਾ ਧਰਮ ਸਮਝਦੇ ਹਾਂ। ਤੇਰੀ ਮਰਜ਼ੀ ਬੇਟਾ, ਮਰਜ਼ੀ ਮੀਨਸ ਇੱਛਾ। ਮੈਂ ਬਦੋਬਦੀ ਜ਼ਬਰਦਸਤੀ ਤਾਂ ਕੋਈ ਚੀਜ਼ ਦੇ ਨਹੀਂ ਸਕਦਾ, ਪਰ ਮੈਂ ਅਸੀਸਾਂ ਤੇ ਆਸ਼ੀਰਵਾਦ ਤਾਂ ਤੈਨੂੰ ਦੇ ਹੀ ਸਕਦਾ। ਅਸੀਸਾਂ ਹੁੰਦਾ ਸ਼ੁਭ ਇੱਛਾਵਾਂ, ਸ਼ੁਭ ਅਸੀਸ ਤੈਨੂੰ ਦੇ ਸਕਦਾ ਹਾਂ। ਇਹ ਬਜ਼ੁਰਗ ਆਦਮੀ 2-4 ਦਿਨ ਹੋਰ ਸਿੰਪੀ ਹੋਰਾਂ ਕੋਲ ਰਹਿ ਕੇ ਆਪਣੇ ਘਰ ਚਲਾ ਗਿਆ। ਉਸਦੇ ਜਾਣ ਤੋਂ ਮਹੀਨਾ ਕੁ ਬਾਅਦ ਸਿੰਪੀ ਦੇ ਨਾਂ ਇੱਕ ਰਜਿਸਟਰਡ ਲਿਫਾਫਾ ਆਇਆ। ਉਸਨੇ ਖੋਲ੍ਹ ਕੇ ਪੜ੍ਹਿਆ ਤਾਂ ਉੱਥੇ ਹੀ ਖਲੋਤੀ ਰਹਿ ਗਈ। ਇਸ ਤੋਂ ਭਾਵ ਹੈ ਹੈਰਾਨ ਹੋ ਜਾਣਾ। ਉਸ ਵਿੱਚ ਵਕੀਲ ਵੱਲੋਂ ਤਿਆਰ ਕੀਤੀ ਇੱਕ ਵਸੀਅਤ ਸੀ। ਵਸੀਅਤ ਹੁੰਦੀ ਹੈ ਜਿਹੜੀ ਜਾਇਦਾਦ, ਜਿਹੜਾ ਪੈਸਾ ਦੂਸਰੇ ਦੇ ਨਾਂ 'ਤੇ ਦਿੱਤਾ ਜਾਵੇ, ਜਿਸ ਵਿੱਚ ਉਸ ਬਜ਼ੁਰਗ ਨੇ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਸਿੰਪੀ ਦੇ ਨਾਂ ਕਰ ਦਿੱਤੀ। ਜਾਇਦਾਦ, ਪੈਸਾ ਧੇਲਾ, ਸਾਰੀ ਸੰਪਤੀ ਉਹਦੇ ਨਾਂ ਕਰ ਦਿੱਤੀ। ਇਸ ਤਰ੍ਹਾਂ ਬੱਚਿਓ, ਸਿੰਪੀ ਨੂੰ ਆਪਣੇ ਨੇਕ ਕਮਾਈ ਕਰਨ ਦਾ ਫਲ ਮਿਲਿਆ। ਬੱਚਿਓ, ਸਾਨੂੰ ਇਸ ਪਾਠ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕਦੇ ਲਾਲਚ ਨਹੀਂ ਕਰਨਾ ਚਾਹੀਦਾ। ਲਾਲਚ ਹਮੇਸ਼ਾ ਨੁਕਸਾਨ ਕਰਦਾ ਹੈ। ਹੁਣ ਬੱਚਿਓ, ਮੈਂ ਤੁਹਾਨੂੰ ਵਰਕਸ਼ੀਟ ਭੇਜਾਂਗੀ, ਜਿਸ ਦੇ ਉੱਤੇ ਤੁਸੀਂ ਉਸ ਨੂੰ ਹੱਲ ਕਰਨਾ ਹੈ। ਜਿਨ੍ਹਾਂ ਬੱਚਿਆਂ ਕੋਲ ਕੋਈ ਕਾਪੀ ਨਵੀਂ ਨਹੀਂ, ਤਾਂ ਪੁਰਾਣੀਆਂ ਕਾਪੀਆਂ ਦੇ ਵਿੱਚ ਉਸ ਵਰਕਸ਼ੀਟ ਨੂੰ ਹੱਲ ਕਰਨ। ਸਕੂਲ ਖੁੱਲ੍ਹਣ 'ਤੇ ਉਸ ਵਰਕਸ਼ੀਟ ਦੀ ਚੈਕਿੰਗ ਕੀਤੀ ਜਾਏਗੀ। ਧੰਨਵਾਦ।